ਸੋ ਕਿਤੇ ਨਾ ਕਿਤੇ ਸਰਕਾਰ ਖੁਦ ਬੇਈਮਾਨ ਆ ਇਸ ਗੱਲ ਨੂੰ ਲੈ ਕੇ। ਸਰਕਾਰ ਇਹ ਮਸਲੇ ਦੇ ਹੱਲ ਦੇ ਪਾਸੇ ਜਾ ਹੀ ਨਹੀਂ ਰਹੀ। ਸਰਕਾਰ ਤੇ ਇੱਕ ਪਾਸੇ ਕਹਿੰਦੀ ਅਸੀਂ ਟੇਬਲ ਟਾਕ ਕਰਨੀ ਆ, ਦੂਜੇ ਪਾਸੇ ਇਸ ਅੰਦੋਲਨ ਤੋੜਨ ਦੀ ਕੋਸ਼ਿਸ਼ ਕਰਦੀ ਪਈ ਆ ਆਪਣੇ ਏਜੰਸੀਆਂ ਰਾਹੀਂ। ਦੇਖੋ ਲੰਗਰ ਛਕਾਉਣ ਵਾਲੇ ਤੇ ਐਨਆਈਏ ਦੇ ਨੋਟਿਸ ਆ ਗਏ, ਪਿੰਡ 'ਚ ਜਾ ਕੇ ਪੁਲਿਸ ਨੋਟਿਸ ਸਰਵ ਕਰਦੀ ਪਈ ਆ ਔਰ ਕਹਿ ਰਹੀ ਅਗਰ ਤੁਸੀਂ ਗਏ ਤੇ ਤੁਹਾਨੂੰ ਅੰਦਰ ਦਿਆਂਗੇ। ਮੈਨੂੰ ਯਾਦ ਆ ਕੈਪਟਨ ਅਮਰਿੰਦਰ ਸਿੰਘ ਜੀ ਦੀ ਮੈਨੂੰ ਸਟੇਟਮੈਂਟ ਯਾਦ ਆ, ਹੂਬਹੂ ਉਹਨਾਂ ਦੀ ਸਟੇਟਮੈਂਟ ਤੁਹਾਨੂੰ ਯਾਦ ਕਰਾਉਣ ਲੱਗਾ। ਉਹ ਕਹਿੰਦੇ ਸੀ ਹਰਸਿਮਰਤ ਕੌਰ ਬਾਦਲ ਰਿਜ਼ਾਈਨ ਦੇਵੇ ਜੇ ਗੱਲ ਆ। ਅਗਲੇ ਦਿਨ ਹਰਸਿਮਰਤ ਕੌਰ ਬਾਦਲ ਨੇ ਰਿਜ਼ਾਈਨ ਦਿੱਤਾ। ਕਹਿੰਦੇ ਜੀ ਹਰਸਿਮਰਤ ਕੌਰ ਬਾਦਲ ਰਿਜ਼ਾਈਨ ਨਹੀਂ, ਅਕਾਲੀ ਦਲ ਅਲਾਇੰਸ ਛੱਡੇ। ਪਤਾ ਕਿ ਫਿਰ ਕਾਂਗਰਸ ਵਾਲੇ ਇੱਥੇ ਕਿਉਂ ਬੈਠੇ ਹੋਏ ਨੇ, ਡਿਵਰਟ ਕਰਨ ਵਾਸਤੇ ਬੈਠੇ ਨੇ। ਉਹਨਾਂ ਦੇ 10 ਵਾਰ ਕਹਿ ਚੁੱਕੇ ਕਿਉਂਕਿ ਉਹਨਾਂ ਦਾ ਖੁਦ ਦੀ ਲਾਈਨ ਹੀ ਇਹ ਸੀ। ਉਹਨੂੰ ਤੇ ਇਹ ਚਿੰਤਾ ਹੈ ਜੇ ਕਾਨੂੰਨ ਵਾਪਸ ਹੋ ਗਏ ਲੋਕ ਸਾਨੂੰ ਪੁੱਛਣਗੇ ਵੀ ਤੁਹਾਡੀ ਵੀ ਤਾਂ ਲਾਈਨ ਇਹ ਸੀ, ਇਹ ਕਾਨੂੰਨ ਵਾਪਸ ਨਹੀਂ ਹੋਣੇ ਚਾਹੀਦੇ। ਕਾਂਗਰਸ ਤੇ ਤੜਪਦੀ ਪਈ ਕਾਨੂੰਨ ਵਾਪਸ ਨਾ ਹੋਣ, ਲੜਾਈ ਲੜਦੀ ਰਹੇ ਤੇ ਸਾਡੀ ਗੱਲ ਬਣ ਜਾਵੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਜੀ ਸਾਡੇ ਨਾਲ ਨੇ। ਸਿਰਸਾ ਸਾਹਿਬ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਮਸਲੇ ਦਾ ਅੱਜ ਵੀ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਅੰਦਰੋਂ ਦੀ ਇਹੀ ਸੁਨੇ ਆ ਰਹੇ ਨੇ ਕਿ ਕੇਂਦਰ ਸਰਕਾਰ ਜਿਹੜੀ ਹੈਗੀ ਹੈ ਆਪਣੀ ਅੜੀ ਉੱਤੇ ਅੜੀ ਹੋਈ ਹੈ, ਤਿੰਨੇ ਖੇਤੀ ਕਾਨੂੰਨ ਨੂੰ ਰੱਦ ਕਰਨ ਉੱਤੇ ਨਹੀਂ ਆ ਰਹੀ। ਤੁਸੀਂ ਪਾਰਲੀਮੈਂਟ ਦੇ ਅੰਦਰ ਵੀ ਰਹੇ ਹੋ, ਬਾਹਰ ਵੀ ਰਹੇ ਹੋ, ਕੀ ਲੱਗਦਾ ਹੈ ਮਸਲੇ ਦਾ ਹੱਲ ਕਿਵੇਂ ਹੋਊਗਾ? ਦੇਖੋ ਮੈਂ ਹੁਣੇ ਪੜ੍ਹ ਰਿਹਾ ਸੀਗਾ ਇਹ ਚਿੱਠੀ ਜਿਹੜੀ ਉਹਨਾਂ ਨੇ ਬੰਦਰੋਂ ਭੇਜਿਆ ਰੁਕਾ ਵੀ ਇਹੀ ਮੀਟਿੰਗ ਦਾ ਥਾਂ, ਉਹੀ ਮੰਤਰੀ ਤੇ ਉਹੀ ਅਲਾਗ, ਬਿਲਕੁਲ ਅਲਾਗ ਵੀ ਉਹੀ ਰਾਗੇ ਜਾ ਰਹੇ ਨੇ ਕਿ ਇੱਕ ਮੀਟਿੰਗ ਹੋਰ ਹੋਊਗੀ। ਸੋ ਕਿਤੇ ਨਾ ਕਿਤੇ ਸਰਕਾਰ ਖੁਦ ਬੇਈਮਾਨ ਆ ਇਸ ਗੱਲ ਨੂੰ ਲੈ ਕੇ। ਸਰਕਾਰ ਇਹ ਮਸਲੇ ਦੇ ਹੱਲ ਦੇ ਪਾਸੇ ਜਾ ਹੀ ਨਹੀਂ ਰਹੀ। ਸਰਕਾਰ ਤੇ ਇੱਕ ਪਾਸੇ ਕਹਿੰਦੀ ਅਸੀਂ ਟੇਬਲ ਟਾਕ ਕਰਨੀ ਆ, ਦੂਜੇ ਪਾਸੇ ਇਸ ਅੰਦੋਲਨ ਤੋੜਨ ਦੀ ਕੋਸ਼ਿਸ਼ ਕਰਦੀ ਪਈ ਆ ਆਪਣੇ ਏਜੰਸੀਆਂ ਰਾਹੀਂ, ਪੁਲਿਸ ਰਾਹੀਂ, ਪ੍ਰਸ਼ਾਸਨ ਰਾਹੀਂ, ਐਨਆਈਏ ਦਾ ਇਸਤੇਮਾਲ ਕਰਕੇ। ਦੇਖੋ ਲੰਗਰ ਛਕਾਉਣ ਵਾਲੇ ਤੇ ਐਨਆਈਏ ਦੇ ਨੋਟਿਸ ਆ ਗਏ। ਕਿਸਾਨ ਜਿਹੜੇ ਯੂਪੀ ਤੋਂ ਆਉਣਾ ਚਾਹੁੰਦੇ ਨੇ ਸੀਤਾਪੁਰ ਤੋਂ, ਮੈਨੂੰ ਰਾਤੀ ਮੈਸੇਜ ਆ, ਹੁਣ ਵੀ ਉਹਨਾਂ ਨੇ ਮੇਰੇ ਨਾਲ ਗੱਲ ਹੋਈ, ਪਿੰਡ 'ਚ ਜਾ ਕੇ ਪੁਲਿਸ ਨੋਟਿਸ ਸਰਵ ਕਰਦੀ ਪਈ ਆ ਔਰ ਕਹਿ ਰਹੀ ਅਗਰ ਤੁਸੀਂ ਗਏ ਤੇ ਤੁਹਾਨੂੰ ਅੰਦਰ ਦਿਆਂਗੇ। ਔਰ ਜਿਹੜਾ ਨੋਟਿਸ ਸਰਵ ਕਰ ਰਹੀ ਸੀਆਰਪੀਸੀ ਦਾ 149 ਦਾ, ਉਹਦੇ ਤਹਿਤ ਕਹਿ ਰਹੀ ਆ ਕਿ ਆ ਕੇ ਜਿਹੜਾ ਬੇਲ ਕਰਾਓ ਔਰ ਬੇਲ 5 ਲੱਖ ਦਾ ਲੈ ਕੇ ਆਓ ਨਾਲ ਸਿਓਰਿਟੀ। ਸੋ ਇਹ ਜਿਸ ਤਰੀਕੇ ਨਾਲ ਗੁੰਡਾਗਰਦੀ ਹੋ ਰਹੀ ਹੈ ਉਹ ਤੋਂ ਮੈਨੂੰ ਲੱਗਦਾ ਨਹੀਂ ਪਿਆ ਕਿ ਇਹ ਕੋਈ ਮਸਲਾ ਹੱਲ ਕਰਨਾ ਚਾਹੁੰਦੇ ਨੇ। ਇਹ ਤੇ ਕੀ ਚਾਹੁੰਦੇ ਨੇ ਵੀ ਇਸੇ ਤਰੀਕੇ ਇਹਨਾਂ ਨੂੰ ਖਲਾਲ ਖਰੋੜ ਦਈਏ, ਬਦਨਾਮ ਕਰ ਦਈਏ। ਐਨਆਈਏ ਇਨਵੋਲਵ ਤਾਂ ਹੀ ਕੀਤੀ ਹੈ ਕਿ ਕਿਸੇ ਤਰੀਕੇ ਬਦਨਾਮੀ ਹੋਊਗੀ ਇਹਨਾਂ ਦੀ ਔਰ ਉਹਦੇ ਨਾਲ ਦੇਸ਼ ਦੀ ਸੈਂਟੀਮੈਂਟ ਇਹਨਾਂ ਦੇ ਖਿਲਾਫ ਹੋ ਜੇ ਔਰ ਅੰਦੋਲਨ ਨੂੰ ਅਸੀਂ ਤੋੜੀਏ। ਸਿਰਸਾ ਸਾਹਿਬ, ਪਰ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਐਨਆਈਏ ਜੇ ਇੱਦਾਂ ਦੁਰਵਰਤੋਂ ਹੋ ਰਹੀ ਹੈ ਏਜੰਸੀਆਂ ਦੀ, ਕੇਂਦਰੀ ਏਜੰਸੀਆਂ ਦੀ, ਤੇ ਇਸ ਨਾਲ ਅੰਦੋਲਨ ਕਮਜ਼ੋਰ ਹੋਏਗਾ ਜਾਂ ਹੋਰ ਮਜ਼ਬੂਤ ਹੋਏਗਾ? ਦੇਖੋ ਅੱਜ ਤੱਕ ਦੀ ਜਿਹੜੀ ਹਿਸਟਰੀ ਅਸੀਂ ਪੜ੍ਹੀਏ ਖਾਸ ਤੌਰ ਤੇ ਪੰਜਾਬੀਆਂ ਦੀ, ਉਹ ਤੇ ਇਹ ਕਹਿੰਦੇ ਕਿ ਜਦੋਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਹੋਰ ਮਜ਼ਬੂਤ ਹੋ ਕੇ ਨਿਕਲੇ ਨੇ। ਅੱਜ ਸਰਕਾਰ ਕਹਦੇ ਜੀ ਹਾਂਜੀ ਤੁਸੀਂ ਆ ਜਾਓ 26 ਜਨਵਰੀ ਨੂੰ, ਤੋਂ ਮੈਨੂੰ ਲੱਗਦਾ ਕਈ ਲੋਕ ਘਰਾਂ ਚੋਂ ਟਰੈਕਟਰ ਲੈ ਕੇ ਵੀ ਨਹੀਂ ਆਉਣ, ਕਹਿਣਗੇ ਠੀਕ ਆ ਮਸਲਾ ਹੱਲ ਹੋ ਗਿਆ, ਹੁਣ ਜਾਣ ਦੀ ਲੋੜ ਨਹੀਂ। ਜਿਉਂ ਸਰਕਾਰ ਕੋਲ ਨਹੀਂ ਕਰਨ ਦੇਣਾ ਫੇਰ ਆਉਣਗੇ। ਜਦੋਂ ਸਰਕਾਰ ਅੜਿੱਕੇ ਲਾਊਗੀ, ਸਰਕਾਰ ਧੱਕਾ ਕਰੂਗੀ, ਤਾਂ ਹੀ ਸਾਡੇ ਲੋਕ ਜਿਹੜੇ ਨੇ ਉਹ ਸੰਗਠਿਤ ਹੁੰਦੇ ਨੇ ਔਰ ਜਾਗਰਿਤ ਹੁੰਦੇ ਨੇ। ਔਰ ਜੇਕਰ ਸਰਕਾਰ ਇਹ ਰਸਤੇ ਅਡਾਪਟ ਕਰੂਗੀ, ਅੱਜ ਤੱਕ ਦਾ ਇਤਿਹਾਸ ਤੇ ਇਹੀ ਮੰਨਦਾ 100 ਸਾਲਾਂ ਦਾ ਇਤਿਹਾਸ ਕੱਢ ਲਓ, 200 ਦਾ ਕੱਢ ਲਓ, 300 ਦਾ ਕੱਢ ਲਓ, ਜਦੋਂ ਵੀ ਜਿੰਨੇ ਵੀ ਜ਼ਬਰ ਔਰ ਜ਼ੁਲਮ ਕਰਨ ਦੀ ਕੋਸ਼ਿਸ਼ ਕੀਤੀ ਆ ਉਦੋਂ ਹੀ ਹੋਰ ਤਕੜੇ ਹੋ ਕੇ ਨਿਕਲੇ ਨੇ ਬਾਹਰ। ਸੋ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਦਾ ਇਹ ਰਸਤਾ ਠੀਕ ਆ। ਹਾਂ, ਸਰਕਾਰ ਦਾ ਮਾਡਲ ਠੀਕ ਹੋ ਸਕਦਾ ਹੈ, ਪਰ ਜਿਨ੍ਹਾਂ ਤੇ ਇੰਪਲੀਮੈਂਟ ਕੀਤਾ ਜਾ ਰਿਹਾ ਉਹ ਲੋਕ ਵਾਲੇ ਨਹੀਂ ਹੈਗੇ ਜਿਨ੍ਹਾਂ ਤੇ ਕਰਨਾ ਚਾਹੀਦਾ ਸੀ। ਇਹ ਕਿਸੇ ਹੋਰਾਂ ਲੋਕਾਂ ਵਾਸਤੇ ਮਾਡਲ ਹੋ ਸਕਦਾ ਜਿਹੜਾ ਕਿਸੇ ਹੋਰ ਲੋਕ ਤੇ ਕੀਤਾ ਜਾ ਰਿਹਾ। ਸੋ ਇਸੇ ਤਰ੍ਹਾਂ ਹੈਗਾ ਕਿ ਜਿਵੇਂ ਗੋਡੇ ਦਰਦ ਵਾਲੇ ਨੂੰ ਜਿਹੜੀ ਆ ਦਵਾਈ ਹੋਰ ਕਿਸੇ ਚੀਜ਼ ਦੀ ਦਿੱਤੀ ਜਾਵੇ, ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਨੂੰ ਤਕਲੀਫ ਕੀ, ਜਿਹੜੀ ਸਾਡੀ ਤਕਲੀਫ ਉਹਨਾਂ ਦੀ ਦਵਾਈ ਇਹਨਾਂ ਕੋਲ ਆਹ ਚੀਜ਼ਾਂ ਨੋਟਿਸ ਸਾਡੀ ਕੋਲ ਦਵਾਈ ਨਹੀਂ ਹੈਗੀ, ਇਹਦਾ ਤੋਂ ਨਹੀਂ ਕੋਈ ਡਰਦਾ ਹੈਗਾ। ਸਿਰਸਾ ਸਾਹਿਬ, ਤੁਹਾਡੀ ਪਾਰਟੀ ਨੇ ਠੋਕਰ ਮਾਰ ਦਿੱਤੀ ਇਸੇ ਕਰਕੇ ਕਿ ਕਿਸਾਨਾਂ ਦੀ ਨਹੀਂ ਸੁਣੀ ਗਈ ਇਸ ਮਾਮਲੇ ਦੇ ਵਿੱਚ, ਤੇ ਤੁਹਾਨੂੰ ਕੀ ਲੱਗਦਾ ਕਿ ਕੇਂਦਰ ਸਰਕਾਰ ਇੰਨੀ ਅੜੀ ਉੱਤੇ ਕਿਉਂ ਅੜੀ ਹੋਈ ਹੈ? ਕੀ ਪਿੱਛੇ ਵੱਡੇ ਕਾਰਨ ਨਜ਼ਰ ਆ ਰਹੇ ਨੇ? ਦੇਖੋ ਇੱਕ ਕਾਰਨ ਤੇ ਪੂੰਜੀਪਤੀ ਦਿਖ ਹੀ ਰਿਹਾ, ਜੋ ਹੁਣ ਹੌਲੀ ਹੌਲੀ ਐਕਸਪੋਜ਼ ਹੋਣਾ ਸ਼ੁਰੂ ਹੋਇਆ ਕਿ ਕਿਸ ਤਰ੍ਹਾਂ ਰਿਲਾਇੰਸ ਜੀਓ ਜਿਹੜਾ ਉਹ ਮੱਧ ਪ੍ਰਦੇਸ਼ ਅੰਦਰ ਕਣਕ ਖਰੀਦਣ ਪਹੁੰਚ ਗਿਆ ਆਪਣੀ ਬੋਰੀਆਂ ਲੈ ਕੇ। ਛੱਪੀਆਂ ਹੋਈਆਂ ਬੋਰੀਆਂ ਨੇ ਜੀਓ ਦੀਆਂ, ਆਪਾਂ ਦੇਖੀਆਂ ਸਭ ਨੇ। ਕਿਸ ਤਰੀਕੇ ਅਡਾਨੀ ਨੇ ਜਿਹੜਾ ਅਸੀਂ ਪਹਿਲਾਂ ਹੀ ਸੀਲੋ ਦੇ ਬਹੁਤ ਸਾਰੇ ਪਰਮਿਸ਼ਨਾਂ ਲੈ ਰੱਖੀਆਂ ਸੀ ਸਟੋਰੇਜ ਵਾਸਤੇ, ਸੋ ਉਹਨਾਂ ਨੇ ਤਾਂ ਪਹਿਲਾਂ ਤਿਆਰੀ ਵੀ ਕਰ ਲਈ ਸੀ, ਜ਼ਮੀਨ ਵੀ ਲੈ ਲਈ, ਸੀਲੋ ਦੇ ਲਾਇਸੈਂਸ ਵੀ ਲੈ ਲਏ, ਉੱਥੇ ਉਹਨਾਂ ਨੇ ਕਣਕ ਕਿੱਥੇ ਸਟੋਰ ਕਰਨੀ ਉਹਦੀ ਤਿਆਰੀ ਵੀ ਕਰ ਲਈ ਸੀਗੀ ਲਾਇਸੈਂਸ ਆਉਣ ਤੋਂ ਪਹਿਲਾਂ ਹੀ, ਬਿੱਲ ਆਉਣ ਤੋਂ ਪਹਿਲਾਂ ਹੀ, ਕਾਨੂੰਨ ਬਣਨ ਤੋਂ। ਇਹਦਾ ਮਤਲਬ ਉਹ ਤਾਂ ਤਿਆਰੀ ਸੀਗੇ। ਸੋ ਦੋ ਕਾਰਨ ਨੇ, ਇੱਕ ਸਰਕਾਰ ਨੂੰ ਇਹ ਲੱਗਦਾ ਪਿਆ ਕਿ ਅਸੀਂ ਉਹਨਾਂ ਨੂੰ ਹੁਣ ਕਿਸ ਤਰ੍ਹਾਂ ਇਗਨੋਰ ਕਰੀਏ ਪੂੰਜੀਪਤੀਆਂ ਨੂੰ। ਦੂਜੀ ਗੱਲ ਹੈ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜੀ ਆ ਉਹਦੀ ਵੀ ਇਹੀ ਸੋਚ ਆ, WTO ਵੀ ਇਹ ਕਹਿੰਦੀ ਆ ਵੀ ਤੁਸੀਂ ਕਿਸਾਨੀ ਜਿਹੜੀ ਆ ਉਹਨੂੰ ਕਮਜ਼ੋਰ ਕਰੋ ਤਾਂ ਕਿ ਦੇਸ਼ ਦੀ ਇਕਨੋਮੀ ਜਿਹੜੀ ਆ ਉਹ ਬਿਜ਼ਨਸ ਦੇ ਹੱਥ ਆਵੇ। ਉਹਨਾਂ ਦੀ ਸੋਚ ਇਹੀ ਆ। ਉਹ ਬਾਰ-ਬਾਰ ਕਹਿੰਦੇ ਨੇ ਕਿ ਜਿਹੜੀ ਕਿਸਾਨੀ ਤੇ ਸਬਸਿਡੀਜ਼ ਆ ਇਹਨਾਂ ਨੂੰ ਖਤਮ ਕਰੋ, ਤਾਂ WTO ਦਾ ਪ੍ਰੈਸ਼ਰ ਵੀ ਆ। ਤੀਜੀ ਗੱਲ, ਐਟ ਦੀ ਸੇਮ ਟਾਈਮ ਜਿਹੜਾ 2 ਲੱਖ ਕਰੋੜ ਦੀ ਪਰਚੇਜ਼ ਹੁੰਦੀ ਆ ਪੰਜਾਬ, ਹਰਿਆਣਾ, ਵੈਸਟਰਨ ਉੱਤਰ ਪ੍ਰਦੇਸ਼ ਔਰ ਰਾਜਸਥਾਨ, ਸਰਕਾਰੀ ਪਰਚੇਜ਼ MSP ਦੀ ਖਾਲੀ ਇਹਨਾਂ ਸਟੇਟਾਂ 'ਚ ਹੁੰਦੀ, ਹੋਰ ਨਹੀਂ ਹੁੰਦੀ ਕਿਤੇ ਵੀ। ਉਹ ਸਰਕਾਰ ਵੀ ਆਪਣਾ ਪੈਸਾ ਬਚਾਉਣਾ ਚਾਹੁੰਦੀ ਆ।
ਉਹਦੇ ਚੱਲਦੇ ਹੀ ਇਹਨਾਂ ਨੇ ਇਹ ਕਿਹਾ ਕਿ ਸਰਕਾਰੀ ਮੰਡੀ ਨਾਲ ਪ੍ਰਾਈਵੇਟ ਮੰਡੀ ਆਊਗੀ, ਕਿਉਂਕਿ ਜਦੋਂ ਪ੍ਰਾਈਵੇਟ ਮੰਡੀ ਆ ਜਾਊਗੀ ਸਰਕਾਰੀ ਮੰਡੀ 'ਚ ਕੋਈ ਜਾਊਗਾ ਹੀ ਨਹੀਂ, ਸਰਕਾਰੀ ਮੰਡੀ ਬੰਦ ਹੋ ਜਾਊਗੀ, ਸਰਕਾਰ ਦੀ ਸਿਰਦਰਦੀ ਬੰਦ ਹੋ ਜਾਊਗੀ ਕਣਕ ਖਰੀਦਣ ਦੀ। ਸੋ ਚੌਥਾ ਕਾਰਨ ਇਹ ਆ ਇਸ ਬਿੱਲ ਨੂੰ ਵਾਪਸ ਲੈਣ ਦਾ, ਸਰਕਾਰ ਨੂੰ ਲੱਗਦਾ ਕਿ ਜੇ ਅੱਜ ਇਹ ਲੈ ਲਿਆ ਤੇ ਫਿਰ ਅਗਲੇ ਕਈ ਹੋਰ ਵੀ ਲੈਣੇ ਪੈਣਗੇ। ਸਿਰਸਾ ਸਾਹਿਬ, ਦੇਸ਼ ਵਿੱਚ ਪਹਿਲਾਂ ਵੀ ਬੜੇ ਅੰਦੋਲਨ ਹੋਏ, ਜਦੋਂ ਵੀ ਕੋਈ ਅੰਦੋਲਨ ਹੁੰਦਾ ਹੈ ਜਿਹੜੀ ਵਿਰੋਧੀ ਧਿਰਾਂ ਹੁੰਦੀਆਂ ਨੇ ਉਹ ਨਾਲ ਆ ਕੇ ਖੜੀਆਂ ਹੋ ਜਾਂਦੀਆਂ ਨੇ, ਅੰਦੋਲਨ ਦਾ ਸਿੱਟਾ ਜਿੱਤਾਂ ਹਾਰਾਂ ਹੁੰਦੀਆਂ ਰਹੀਆਂ ਨੇ। ਤੇ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਕੋਈ ਵੀ ਜਿਹੜਾ ਅੰਦੋਲਨ ਹੈਗਾ ਉਹ ਗੈਰ ਸਿਆਸੀ ਨਹੀਂ ਰਹਿ ਸਕਦਾ ਜ਼ਿਆਦਾ ਲੰਮਾ ਸਮਾਂ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਅੰਦੋਲਨ ਗੈਰ ਸਿਆਸੀ ਰਹਿ ਸਕੇਗਾ ਤੇ ਕੀ ਸਿਆਸਤ ਦੀ ਇਸ ਅੰਦੋਲਨ 'ਚ ਐਂਟਰੀ ਜ਼ਰੂਰੀ ਹੈ ਜਿੱਤ ਹਾਰ ਲਈ? ਨਹੀਂ ਦੇਖੋ, ਐਸੀ ਕੋਈ ਗੱਲ ਨਹੀਂ ਕਿ ਸਿਆਸਤ ਦੀ ਐਂਟਰੀ ਜ਼ਰੂਰੀ ਹੈ ਤੇ ਮੈਂ ਨਹੀਂ ਮੰਨਦਾ। ਦੇਖੋ ਆਲਰੇਡੀ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਨਾ, ਉਹਨਾਂ ਦੇ ਵਰਕਰ ਜਿਹੜੇ ਆ ਉਹ ਸਾਰੇ ਅੰਦੋਲਨ ਦੀ ਸਪੋਰਟ ਕਰ ਹੀ ਰਹੇ ਨੇ। ਅਗਰ ਲੀਡਰ ਨਹੀਂ ਵੀ ਆਉਣਗੇ ਤਾਂ ਉਹਦੇ ਨਾਲ ਕੋਈ ਐਸਾ ਨਹੀਂ ਕਿ ਅੰਦੋਲਨ ਨੂੰ ਕੋਈ ਬਹੁਤ ਫਰਕ ਪੈਣ ਲੱਗਾ ਹੈਗਾ, ਕਿਉਂਕਿ ਮੰਨ ਲਓ ਕਿਸੇ ਵੀ ਸਟੇਟ ਤੋਂ, ਸੂਬੇ ਤੋਂ ਕੋਈ ਵੀ ਆਦਮੀ ਆਉਂਦਾ ਹੈ, ਉਹਦੀ ਪਿਛੋਕੜ ਅੰਦਰ ਕਿਸੇ ਨਾਲ ਤਾਂ ਜੁੜਿਆ ਹੀ ਹੁੰਦਾ ਨਾ, ਉਹ ਭਾਵੇਂ ਕਿਸੇ ਪਾਰਟੀ ਨਾਲ ਵੀ ਆਪਣੀ ਰਾਏ ਰੱਖਦਾ ਹੋਵੇ। ਕਿਉਂਕਿ ਆਪਾਂ ਇਹ ਜਾਣਦੇ ਹਾਂ ਕਿ ਦੇਸ਼ ਦੇ ਅੰਦਰ ਹਰ ਪਾਰਟੀ ਦਾ ਇੱਕ ਵੋਟ ਬੈਂਕ ਆ, ਔਰ ਉਹ ਵੋਟ ਬੈਂਕ ਅਗਰ ਆਪਾਂ ਸਾਰੀ ਪਾਰਟੀਆਂ ਨੇ ਇਕੱਠਾ ਕਰ ਲਈ, ਮਤਲਬ ਆਪਾਂ ਪੰਜਾਬ ਚੁੱਕ ਲੈਂਦੇ ਹਾਂ, ਪੰਜਾਬ ਦੀ ਵਿੱਚ ਕਾਂਗਰਸ ਦਾ ਇੱਕ ਵੋਟ ਬੈਂਕ, ਅਕਾਲੀ ਦਲ ਦਾ ਇੱਕ ਵੋਟ ਬੈਂਕ, ਬੀਜੇਪੀ ਦਾ ਇੱਕ ਵੋਟ ਬੈਂਕ, ਆਮ ਆਦਮੀ ਪਾਰਟੀ ਦਾ ਇੱਕ ਵੋਟ ਬੈਂਕ। ਅਗਰ ਆਪਾਂ ਸਾਰਿਆਂ ਦਾ ਵੋਟ ਬੈਂਕ ਇਕੱਠਾ ਕਰ ਲਈਏ, ਉਹ ਲਗਭਗ 75 ਤੋਂ 80% ਦੇ ਆਸ-ਪਾਸ ਵੋਟ ਬੈਂਕ ਹੁੰਦਾ ਸਭ ਦਾ ਮਿਲਾ ਕੇ। 20% ਲੋਕ ਐਸੇ ਹੁੰਦੇ ਨੇ ਜਿਹੜੇ ਇੰਡੀਪੈਂਡੈਂਟ ਹੁੰਦੇ ਨੇ, ਹਾਲਾਤਾਂ ਨਾਲ ਵੋਟ ਪਾਉਂਦੇ ਨੇ। ਸੋ ਅਗਰ ਲੋਕ ਇੰਨੇ ਆਏ ਨੇ, ਤੇਰਾ ਮਤਲਬ ਇਹਨਾਂ ਚੋਂ ਬਹੁਤ ਸਾਰੇ ਲੋਕ ਕਿਸੇ ਨਾ ਕਿਸੇ ਪਾਰਟੀ ਨਾਲ ਐਫੀਲੀਏਟਡ ਹੀ ਨੇ। ਤਾਂ ਇਹ ਕੋਈ ਨਹੀਂ ਹੈਗਾ ਕਿ ਪੋਲੀਟੀਕਲ ਪਾਰਟੀ ਦੇ ਲੀਡਰਾਂ ਦਾ ਹੋਣਾ ਵੀ ਜ਼ਰੂਰੀ ਆ। ਔਰ ਦੂਜੀ ਗੱਲ, ਮੈਂ ਇਹ ਵੀ ਨਹੀਂ ਮੰਨਦਾ ਕਿ ਕੋਈ ਅੰਦੋਲਨ ਨਾਨ ਪੋਲੀਟੀਕਲ ਰਹਿ ਹੀ ਨਹੀਂ ਸਕਦਾ, ਐਸੀ ਗੱਲ ਨਹੀਂ ਹੁੰਦੀ। ਲੇਕਿਨ ਹਰ ਅੰਦੋਲਨ ਹਰ ਤਰੀਕੇ ਦਾ ਹੁੰਦਾ। ਇਹ ਅੰਦੋਲਨ ਕਿਸਾਨਾਂ ਦਾ ਐਸਾ ਅੰਦੋਲਨ ਆ ਕਿ ਉਹਨਾਂ ਨੂੰ ਇਹ ਗੱਲ ਪਤਾ ਹੈ ਕਿ ਜੇਕਰ ਅਸੀਂ ਸਿੱਧੇ ਤਰ੍ਹਾਂ ਕੋਈ ਪੋਲੀਟੀਕਲ ਪਾਰਟੀਆਂ ਇਨਵੋਲਵ ਹੋਣਗੀਆਂ, ਉਹਦਾ ਨੁਕਸਾਨ ਸਰਕਾਰ ਉਹ ਬਹਾਨਾ ਬਣਾ ਲੂਗੀ ਤੇ ਉਹ ਕਹੂਗੀ ਕਿ ਇਹ ਤੇ ਆਪੋਜੀਸ਼ਨ ਦੀ ਲੜਾਈ ਹੈ, ਕਿਸਾਨੀ ਦੀ ਲੜਾਈ ਨਹੀਂ ਹੈਗੀ। ਸੋ ਉਹਨਾਂ ਦੀ ਵੀ ਲੜਾਈ ਆਪਣੇ ਤਰੀਕੇ ਨਾਲ ਬਿਲਕੁਲ ਜਾਇਜ਼ ਆ। ਪਰ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਆਪੋਜੀਸ਼ਨ ਦੀ ਵੀ ਜਿਹੜੀ ਸੋਚ ਹੈਗੀ ਹੈ ਉਹ ਜਾਣੀ ਸਾਹਮਣੇ ਆਉਣੀ ਚਾਹੀਦੀ ਹੈ? ਕਿਉਂਕਿ ਆਪੋਜੀਸ਼ਨ ਹਾਲੇ ਖੁੱਲ੍ਹ ਕੇ ਸਾਹਮਣੇ ਨਹੀਂ ਆਈ। ਸਵਾਲ ਤਾਂ ਜ਼ਰੂਰ ਉੱਠੇ ਕਿ ਰਾਜ ਸਭਾ ਦੇ ਵਿੱਚ ਜਬਰੀ ਇਹ ਜਿਹੜੇ ਕਾਨੂੰਨ ਹੈਗੇ ਨੇ, ਬਿੱਲ ਪਾਸ ਕੀਤੇ ਗਏ ਨੇ, ਤੇ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਆਪੋਜੀਸ਼ਨ ਦੀ ਇੱਕ ਜਨ ਸੰਸਦ ਬੁਲਾਉਣੀ ਚਾਹੀਦੀ ਹੈ ਤੇ ਵਿਰੋਧੀ ਧਿਰਾਂ ਕੋਲ ਪੁੱਛਿਆ ਜਾਣਾ ਚਾਹੀਦਾ, ਹਾਂ ਭਾਈ ਤੁਸੀਂ ਦੱਸੋ ਕਿੱਥੇ ਖੜੇ ਹੋਏ ਹੋ, ਜਬਰੀ ਕਿਵੇਂ ਪਾਸ ਹੋਏ ਰਾਜ ਸਭਾ ਦੇ ਵਿੱਚ ਬਿੱਲ? ਤੇ ਫਿਰ ਕਿਸਾਨ ਹੀ ਤੈਅ ਕਰ ਸਕਦੇ, ਅਸੀਂ ਤਾਂ ਨਹੀਂ ਇਹ ਗੱਲ ਤੈਅ ਕਰ ਸਕਦੇ ਨਾ। ਕਿਉਂਕਿ ਗੱਲ ਇਹ ਆ, ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਕਿ ਸਾਡੇ ਵਰਗੇ ਦੀ ਕੋਈ ਸਟੇਟਮੈਂਟ ਜਿਹੜੀ ਆ ਉਹ ਕਿਸਾਨੀ ਅੰਦੋਲਨ ਨੂੰ ਕਿਸੇ ਹੋਰ ਰੰਗ ਦੇਵੇ, ਚੰਗੀ ਗੱਲ ਨਹੀਂ। ਕਿਉਂਕਿ ਅਸੀਂ ਇਹ ਨਹੀਂ ਕਦੀ ਵੀ ਚਾਹਾਂਗੇ ਕਿ ਜਿਹੜੀ ਉਹਨੇ ਇੰਨੀ ਮਿਹਨਤ ਨਾਲ ਇੱਥੋਂ ਤਾਈਂ ਪਹੁੰਚੇ ਆ, ਉਹਨਾਂ ਦੀ ਕੋਈ ਵੀ ਸਾਡੇ ਵਰਗੀ ਦੀ ਕੋਈ ਛੋਟੀ ਜਿਹੀ ਸਟੇਟਮੈਂਟ ਵੀ ਉਹਨਾਂ ਦਾ ਕੋਈ ਨੁਕਸਾਨ ਪਹੁੰਚਾਵੇ, ਭਾਵੇਂ ਛੋਟਾ ਨੁਕਸਾਨ ਹੋਵੇ। ਇਸ ਕਰਕੇ ਮੈਂ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੰਦਾ। ਮੈਂ ਇਹ ਜ਼ਰੂਰ ਕਹੂੰਗਾ ਕਿ ਜੋ ਵੀ ਕਿਸਾਨ ਠੀਕ ਸਮਝਣ, ਅਸੀਂ ਡਟ ਕੇ ਉਹਨਾਂ ਦੇ ਨਾਲ ਖੜੇ ਹਾਂ, ਜੋ ਉਹਨਾਂ ਦਾ ਸਟੈਂਡ ਹੋਊਗਾ। ਕਿਉਂਕਿ ਜਿਨ੍ਹਾਂ ਨੇ ਲੜਾਈ ਇੱਥੋਂ ਤਾਈਂ ਲੈ ਕੇ ਆਂਦੀ ਆ, ਇਹ ਇੱਕ ਉਹਨਾਂ ਨੇ ਹਿਮਾਲਿਆ ਪਰਬਤ ਦੀ ਜਿਹੜੀ ਆ ਇੱਕ ਲੜਾਈ ਖੜੀ ਕਰ ਦਿੱਤੀ ਆ। ਅੱਜ ਤੱਕ ਐਡੀ ਵੱਡੀ ਲੜਾਈ ਕੋਈ ਖੜੀ ਨਹੀਂ ਕਰ ਸਕਿਆ। ਸੋ ਜਿਨ੍ਹਾਂ ਨੇ ਇੰਨੀ ਵੱਡੀ ਲੜਾਈ ਖੜੀ ਕੀਤੀ ਆ, ਉਹਨਾਂ ਨੂੰ ਅੱਗੇ ਵੀ ਰਸਤਾ ਰੱਬ ਆਪਣੇ ਆਪ ਦੇਊਗਾ ਹੀ, ਉਹ ਠੀਕ ਹੀ ਰਸਤਾ ਦੇਣਗੇ, ਔਰ ਜਿਹੜਾ ਰਸਤਾ ਲੈਣਗੇ ਅਸੀਂ ਉਹਨਾਂ ਨਾਲ ਖੜੇ ਹਾਂ। ਪਰ ਇਹ ਮੰਨਿਆ ਜਾ ਰਿਹਾ ਹੈ ਕਿ ਪੰਜੇ ਉਂਗਲਾਂ ਘਿਓ ਦੇ ਵਿੱਚ ਨੇ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਦੀਆਂ, ਕਿਉਂਕਿ ਇਸ ਵੇਲੇ ਹੁਣ ਜਿਹੜਾ ਸਾਰਾ ਮਸਲਾ ਆ ਗਿਆ ਕਿਸਾਨੀ ਅੰਦੋਲਨ ਤੇ ਟਿਕਿਆ ਹੋਇਆ। ਤੁਹਾਨੂੰ ਲੱਗਦਾ ਹੈ ਕਿ ਇਸ ਵੇਲੇ ਪੰਜੇ ਉਂਗਲਾਂ ਘਿਓ ਦੇ ਵਿੱਚ ਨੇ? ਦੇਖੋ, ਕੋਈ ਵੀ ਕਦੀ ਵੀ ਅੰਦੋਲਨ ਹੁੰਦਾ ਹੈ, ਉਹਦਾ ਪੋਲੀਟੀਕਲ ਪਾਰਟੀ ਨੂੰ ਕਿਸੇ ਨੂੰ ਫਾਇਦਾ ਤੇ ਕਿਸੇ ਨੂੰ ਨੁਕਸਾਨ ਤੇ ਸੁਭਾਵਿਕ ਤੌਰ ਤੇ ਹੁੰਦਾ ਹੀ ਆ। ਕੋਈ ਵੀ ਐਜੀਟੇਸ਼ਨ ਹੋਵੇ, ਕੋਈ ਵੀ ਜਨ ਅੰਦੋਲਨ ਹੋਵੇ, ਭਾਵੇਂ ਛੋਟਾ ਇੱਕ ਮਹੱਲੇ ਦਾ ਹੋਵੇ, ਉਹਦੇ 'ਚ ਵੀ ਕਿਸੇ ਨੂੰ ਫਾਇਦਾ ਹੁੰਦਾ ਤੇ ਕਿਸੇ ਨੂੰ ਨੁਕਸਾਨ ਹੁੰਦਾ। ਔਰ ਇਹ ਹਾਲਾਤ ਐਸੇ ਬਣੇ ਕਿ ਓਬਵੀਅਸਲੀ ਕਾਂਗਰਸ ਨੂੰ ਫਾਇਦਾ, ਕਿਉਂਕਿ ਕਾਂਗਰਸ ਦੀ ਐਂਟੀ ਇਨਕੰਬੈਂਸੀ ਜਿਹੜੀ ਸੀ, ਕਿਸਾਨਾਂ ਦਾ ਲੋਨ ਮਾਫੀ, ਬੇਰੁਜ਼ਗਾਰਾਂ ਨੂੰ ਨੌਕਰੀ ਦੇਣੀ, ਨਸ਼ੇ ਦਾ ਇਸ਼ੂ ਸੀਗਾ, ਉਹ ਸਾਰੇ ਇਸ਼ੂ ਜਿਹੜੇ ਆ ਕਾਰਪੇਟ ਦੇ ਥੱਲੇ ਆ ਗਏ। ਸੋ ਉਹ ਕਾਂਗਰਸ ਨੂੰ ਰਿਲੀਫ ਤੇ ਡੈਫੀਨੇਟਲੀ ਹੈਗੀ ਆ, ਇਸ ਗੱਲ 'ਚ ਕੋਈ ਸ਼ੱਕ ਨਹੀਂ। ਸਿਰਸਾ ਸਾਹਿਬ, ਸ਼੍ਰੋਮਣੀ ਅਕਾਲੀ ਦਲ ਨੇ ਵੱਡੀਆਂ ਆਪਾਂ ਕਹਿ ਸਕਦੇ ਹਾਂ ਕਿ ਕਦਮ ਚੁੱਕੇ ਨੇ। ਇੱਕ ਤਾਂ ਆਪਣਾ ਕੇਂਦਰੀ ਅਹੁਦਾ ਵੀ ਛੱਡ ਦਿੱਤਾ ਹਰਸਿਮਰਤ ਕੌਰ ਬਾਦਲ ਨੇ, ਉਸ ਤੋਂ ਬਾਅਦ ਤੁਸੀਂ ਭਾਈਵਾਲੀ ਵੀ ਛੱਡਤੀ ਜਿਹੜੀ ਇੰਨੇ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਸੀ। ਪਰ ਇਸ ਦੇ ਬਾਵਜੂਦ ਵੀ ਪੰਜਾਬ ਦੇ ਜਿਹੜੇ ਲੋਕ ਤੁਹਾਡੇ ਤੇ ਭਰੋਸਾ ਨਹੀਂ ਕਰ ਰਹੇ, ਕੀ ਵੱਡਾ ਕਾਰਨ ਮੰਨਦੇ ਹੋ? ਹਾਲੇ ਤੱਕ ਉਸ ਤਰੀਕੇ ਦੀ ਮਾਹੌਲ ਨਹੀਂ ਬਣਿਆ ਪੰਜਾਬ ਦੇ ਜਿਵੇਂ ਦਾ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਰੁਤਬਾ ਸੀਗਾ। ਦੇਖੋ, ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੱਤਾ ਹੀ ਸੀਗੀ, ਤੇ ਰਾਜ ਕਦੋਂ ਆਓਗੇ? ਜਦੋਂ ਲੋਕ ਪਰਸੈਂਟੇਜ ਵੋਟਾਂ 'ਚ ਤੁਹਾਡੇ ਨਾਲ ਜ਼ਿਆਦਾ ਹੋਊਗੀ। ਅੱਜ ਪਰਸੈਂਟੇਜ ਕਾਂਗਰਸ ਨਾਲ ਜ਼ਿਆਦਾ ਸੀ, ਤਾਂ ਹੀ ਕਾਂਗਰਸ ਸੱਤਾ 'ਚ ਆਈ। ਜਿੱਥੋਂ ਤਾਈਂ ਗੱਲ ਹੁੰਦੀ ਆ ਪੋਲੀਟੀਕਲ ਪਾਰਟੀਆਂ ਹਮੇਸ਼ਾ ਇੱਕ ਦੂਜੇ ਤੇ ਜਿਹੜਾ ਐਲੀਗੇਸ਼ਨ ਲਾਉਂਦੀਆਂ ਨੇ, ਉਹਦੇ ਤੋਂ ਕੋਈ ਨਹੀਂ ਹੁੰਦਾ। ਗੱਲ ਲੋਕਾਂ ਦੀ ਹੁੰਦੀ ਆ, ਆਮ ਆਦਮੀ ਦੀ ਗੱਲ ਹੁੰਦੀ, ਆਮ ਜਨਸੰਘ ਦੀ ਗੱਲ ਹੁੰਦੀ ਆ। ਉਹਨਾਂ ਨੂੰ ਪਤਾ ਹੈ ਕਿਸਾਨੀ ਦੀ ਲੜਾਈ ਖਾਲੀ ਕਿਸਾਨੀ ਦੀ ਨਹੀਂ, ਪੰਜਾਬ ਦੀ ਪੰਜਾਬੀਅਤ ਦੀ ਲੜਾਈ ਜਦੋਂ ਵੀ ਲੜੀ ਆ, ਅਕਾਲੀ ਦਲ ਨੇ ਲੜੀ, ਇਸ ਕੋਈ ਸ਼ੱਕ ਨਹੀਂ ਹੈਗਾ। ਔਰ ਗਾਂਹ ਵੀ ਅਕਾਲੀ ਦਲ ਨੇ ਜਦੋਂ ਆ ਵੀ ਮੁੱਦਾ ਆਇਆ ਹੈ, ਸਰਕਾਰ ਦਾ ਮੰਤਰੀ, ਇਹੀ ਮੰਤਰੀ ਜਿਹੜਾ ਇੱਥੇ ਬੈਠਾ ਹੈ, ਇਹ ਚੰਡੀਗੜ੍ਹ ਜਾ ਕੇ ਆਸ਼ਵਾਸਨ ਦੇ ਕੇ ਆਏ ਸੀ, ਪ੍ਰੈਸ ਕਾਨਫਰੰਸ ਕਰਕੇ, ਤੋਂ ਸਭ ਲੋਕ ਸੀ, ਕਿ ਅਸੀਂ ਕਿਸਾਨਾਂ ਦੇ ਜਿਹੜੇ ਇੱਕ ਸ਼ੰਕੇ ਨੇ ਇਹਨੂੰ ਦੂਰ ਕਰਾਂਗੇ। ਜਦੋਂ ਬਿਨਾਂ ਸ਼ੰਕੇ ਦੂਰ ਕੀਤਿਆਂ ਇਹ ਬਿੱਲ ਲਿਆਂਦੇ ਗਏ ਤੇ ਅਕਾਲੀ ਦਲ ਨੇ ਛੱਡ ਦਿੱਤਾ। ਲੋਕਾਂ ਨੂੰ ਇਸ ਗੱਲ ਦਾ ਪਤਾ, ਲੇਕਿਨ ਵਿਰੋਧੀ ਇਸ ਗੱਲ ਨੂੰ ਕਿਉਂ ਮੰਨਣਗੇ? ਮੈਨੂੰ ਯਾਦ ਹੈ ਕੈਪਟਨ ਅਮਰਿੰਦਰ ਸਿੰਘ ਜੀ ਦੀ ਮੈਨੂੰ ਸਟੇਟਮੈਂਟ ਯਾਦ ਆ, ਹੂਬਹੂ ਉਹਨਾਂ ਦੀ ਸਟੇਟਮੈਂਟ ਤੁਹਾਨੂੰ ਯਾਦ ਕਰਾਉਣ ਲੱਗਾ। ਉਹ ਕਹਿੰਦੇ ਸੀ ਹਰਸਿਮਰਤ ਕੌਰ ਬਾਦਲ ਰਿਜ਼ਾਈਨ ਦੇਵੇ ਜੇ ਗੱਲ ਆ, ਤੇ ਅਗਲੇ ਦਿਨ ਹਰਸਿਮਰਤ ਕੌਰ ਬਾਦਲ ਨੇ ਰਿਜ਼ਾਈਨ ਦਿੱਤਾ। ਕਹਿੰਦੇ ਜੀ ਹਰਸਿਮਰਤ ਕੌਰ ਬਾਦਲ ਰਿਜ਼ਾਈਨ ਨਹੀਂ, ਅਕਾਲੀ ਦਲ ਅਲਾਇੰਸ ਛੱਡੇ।
ਜਿਹਨੂੰ ਅਕਾਲੀ ਦਲ ਤੋਂ ਗੱਲ ਤੇ ਆ ਵੀ ਉਹ ਜਿਹੜਾ ਸਿਆਸੀ ਲੋਕ ਨੇ ਉਹਨਾਂ ਦੇ ਕੋਈ ਨਾ ਕੋਈ ਨਵੀਂ ਗੱਲ ਕੱਢ ਕੇ ਲੈ ਕੇ ਆਉਣੀ ਹੈ, ਪਰ ਲੋਕਾਂ ਨੂੰ ਪਤਾ ਹੈ। ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਚੋਣਾਂ 2022 ਨੂੰ ਹੋਣੀਆਂ ਨੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬੈਕ ਤੇ ਉਸੇ ਦੁਆਰਾ ਪਹੁੰਚਦੇ ਉਸੇ ਦੁਆਰਾ ਰੁਤਬੇ ਤੇ ਨਜ਼ਰ ਆਊਗਾ? ਦੇਖੋ ਅੱਜ ਅਸੀਂ ਕਿਸਾਨੀ ਦੀ ਗੱਲ ਕਰਦੇ ਪਏ ਹਾਂ, ਆਪਾਂ ਪਹਿਲਾਂ ਅੱਜ ਇਹਦੀ ਚਿੰਤਾ ਕਰੀਏ, ਉਹ ਸਾਲ ਬਾਅਦ ਹੋਣੀ ਉਹਦੀ ਉਦੋਂ ਗੱਲ ਕਰਾਂਗੇ। ਕਿਸਾਨੀ ਲਈ 2 ਵੱਡੇ ਕਦਮ ਸ਼੍ਰੋਮਣੀ ਅਕਾਲੀ ਦਲ ਨੇ ਵੀ ਚੁੱਕੇ ਨੇ, ਉਹ ਕਿਸਾਨਾਂ ਲਈ ਚੁੱਕੇ ਹੋਏ ਨੇ। ਨਹੀਂ ਮੈਂ ਹੀ ਕਹਿੰਦਾ ਨਾ, ਨਹੀਂ ਹੈ, ਪਰ ਅੱਜ ਆਪਾਂ ਸਰਕਾਰਾਂ ਦੀ ਗੱਲ ਕਰੀਏ ਉਹ ਠੀਕ ਨਹੀਂ। ਦੇਖੋ ਇੱਕ ਟਾਈਮਿੰਗ ਹੁੰਦੀ ਆ ਜਦੋਂ ਜੇ ਕਿਸਾਨ ਤੁਸੀਂ ਅੱਜ ਨਹੀਂ ਬੋਲੇ ਤੁਹਾਨੂੰ ਨਹੀਂ ਲੱਗਦਾ ਫਿਰ ਦੂਜੀਆਂ ਸਿਆਸੀ ਪਾਰਟੀਆਂ ਲਾਹਾ ਲੈਣਗੀਆਂ? ਅਰਵਿੰਦ ਕੇਜਰੀਵਾਲ ਦਾ ਲਗਾਤਾਰ ਬਿਆਨ ਇਹਨਾਂ ਸਾਹਮਣੇ ਆਉਂਦਾ ਹੈ, ਉਹ ਲੈ ਲੈਣ। ਫਾਈਟ ਕਿਹਦੇ ਨਾਲ ਹੋਊਗੀ 2022 ਦੇ ਵਿੱਚ? ਤੁਹਾਨੂੰ ਕੀ ਲੱਗਦਾ ਕਿ ਮੇਨ ਫਾਈਟ ਕਿਹਦੀ ਹੋਊਗੀ? ਉਹ ਲਾਹਾ ਲੈ ਲੈਣ, ਸਾਨੂੰ ਕੋਈ ਇਤਰਾਜ਼ ਨਹੀਂ। ਅਜੇ ਆਪਾਂ ਨੂੰ ਦੇਖੋ ਟਾਈਮਿੰਗ ਹੁੰਦੀ ਯਾਰ ਗੱਲ ਦੀ। ਅੱਜ ਆਪਾਂ ਜਿੱਥੇ ਬੈਠੇ ਆ ਉੱਥੇ ਕਿਸਾਨਾਂ ਦੇ ਇੰਨੀਆਂ ਜਾਨਾਂ ਚਲੇ ਗਈਆਂ, ਸੜਕਾਂ ਤੇ ਕਿਸਾਨ ਬੈਠਾ ਹੈ। ਇਸ ਵੇਲੇ ਆਪਾਂ ਅਕਾਲੀ ਦਲ ਦੀ ਜਾਂ ਕਾਂਗਰਸ ਦੀ ਜਾਂ ਬੀਜੇਪੀ ਦੀ ਸਰਕਾਰ ਬਣਾਉਣ ਦੀ ਗੱਲ ਕਰਾਂਗੇ, ਮੈਨੂੰ ਲੱਗਦਾ ਉਹ ਠੀਕ ਨਹੀਂ ਹੋਊਗੀ। ਬਸ ਮੈਂ ਤੁਹਾਨੂੰ ਇੰਨੀ ਗੱਲ ਜ਼ਰੂਰ ਕਹਿਣਾ ਕਿ ਲੋਕਾਂ ਦੀ ਪਾਰਟੀ ਅਕਾਲੀ ਦਲ ਲੋਕਾਂ ਵਾਸਤੇ ਲੜੀ ਹੈ ਔਰ ਲੋਕ ਅਕਾਲੀ ਦਲ ਵਾਸਤੇ ਲੜਨਗੇ। ਕਾਂਗਰਸ ਵਾਲੇ ਇਹ ਕਹਿ ਰਹੇ ਨੇ ਅਸੀਂ ਤਾਂ ਕਿਸਾਨਾਂ ਦੇ ਬਰਾਬਰ ਦਿੱਲੀ ਵਿੱਚ ਧਰਨੇ ਉੱਤੇ ਬੈਠੇ ਹੋਏ ਆ, ਰਾਤਾਂ ਅਸੀਂ ਵੀ ਠੰਡਾ ਦੇ ਵਿੱਚ ਕੱਟ ਰਹੇ ਹਾਂ ਤੇ ਸ਼੍ਰੋਮਣੀ ਅਕਾਲੀ ਦਲ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਦਿੱਲੀ ਵਿੱਚ। ਕਿਉਂਕਿ ਕਿਸਾਨਾਂ ਦੀ ਲੜਾਈ ਆ, ਉਹਨੂੰ ਡਿਵਰਟ ਨਹੀਂ ਕਰਨਾ ਚਾਹੀਦਾ। ਕੋਈ ਵੀ ਪਾਰਟੀ ਜਿਹੜੀ ਆ ਉਹ ਅਗਰ ਉਹਨੂੰ ਡਿਵਰਟ ਕਰਦੀ ਆ, ਉਹ ਕਿਸਾਨੀ ਅੰਦੋਲਨ ਨੂੰ ਡਿਵਰਟ ਕਰਦੀ ਆ। ਅੱਜ ਅਗਰ ਮੀਡੀਆ ਆਏ ਇੱਥੇ ਖੜੇ ਆਪਾਂ ਤੇ ਆਪਾਂ ਉਹਨਾਂ ਦੇ ਕਿਸਾਨਾਂ ਵਾਸਤੇ ਖੜੇ ਆ। ਕੋਈ ਬਹਿਣਾ ਸਾਡੇ ਅਸੀਂ ਦਿੱਲੀ 'ਚ ਬੈਠੇ ਹਾਂ, ਅਸੀਂ ਸਾਹਮਣੇ ਚਾਦਰ ਡਾ ਕੇ ਬਹਿ ਜਾਂਦੇ ਆ, ਕੀ ਫਾਇਦਾ ਹੋਊਗਾ? ਉਹਨਾਂ ਦਾ ਡਿਵਰਟ ਕਰਾਂਗੇ, ਉਹਨਾਂ ਦੇ ਅੰਦੋਲਨ ਨੂੰ ਡਿਵਰਟ ਨਾ ਕਰੋ। ਤੁਹਾਨੂੰ ਕੀ ਲੱਗਦਾ ਕਿ ਫਿਰ ਕਾਂਗਰਸ ਵਾਲੇ ਇੱਥੇ ਕਿਉਂ ਬੈਠੇ ਹੋਏ ਨੇ? ਡਿਵਰਟ ਕਰਨ ਵਾਸਤੇ ਬੈਠੇ ਨੇ? ਉਹ ਤਾਂ ਡਿਵਰਟ ਉਹਨਾਂ ਦੇ 10 ਵਾਰ ਕਹਿ ਚੁੱਕੇ, ਕਿਉਂਕਿ ਉਹਨਾਂ ਦਾ ਖੁਦ ਦੀ ਲਾਈਨ ਹੀ ਇਹ ਸੀ। ਉਹਨੂੰ ਤੇ ਇਹ ਚਿੰਤਾ ਹੈ ਜੇ ਕਾਨੂੰਨ ਵਾਪਸ ਹੋ ਗਏ, ਲੋਕ ਸਾਨੂੰ ਪੁੱਛਣਗੇ ਵੀ ਤੁਹਾਡੀ ਵੀ ਤਾਂ ਲਾਈਨ ਇਹ ਸੀ, ਇਹ ਕਾਨੂੰਨ ਵਾਪਸ ਨਹੀਂ ਹੋਣੇ ਚਾਹੀਦੇ। ਕਾਂਗਰਸ ਤੇ ਤੜਪਦੀ ਪਈ ਕਾਨੂੰਨ ਵਾਪਸ ਨਾ ਹੋਣ, ਲੜਾਈ ਲੜਦੀ ਰਵੇ ਤੇ ਸਾਡੀ ਗੱਲ ਬਣ ਜਾਵੇ। ਸ਼ੁਕਰੀਆ। ਸੋ ਸਿਰਸਾ ਸਾਹਿਬ ਦਾ ਕਹਿਣਾ ਹੈ ਕਿ ਕਾਂਗਰਸ ਤਾਂ ਚਾਹੁੰਦੀ ਹੈ ਕਿ ਕਾਨੂੰਨ ਵਾਪਸ ਨਹੀਂ ਹੋਣੇ ਚਾਹੀਦੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਮੁੱਦੇ ਦੇ ਉੱਤੇ ਸਿਆਸੀ ਰੋਟੀਆਂ ਸੇਕੀਆਂ ਜਾਣ। ਕਿਸਾਨੀ ਦੇ ਮੁੱਦੇ ਉੱਤੇ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਵਾਲੇ ਕੇਂਦਰ ਸਰਕਾਰ ਜਿਹੜਾ ਹੈਗਾ ਆਪਣੀ ਏਜੰਸੀਆਂ, ਭਾਵੇਂ ਉਹ NIA ਹੋਏ, ਜਿਹੜੀ ਹੋਰ ਏਜੰਸੀਆਂ ਨੇ, ਨਿਆਂ ਪ੍ਰਣਾਲੀ ਹੋਵੇ, ਉਹਨਾਂ ਦੀ ਦੁਰਵਰਤੋਂ ਕਰ ਰਹੀ ਹੈ ਤਾਂ ਜੋ ਇਸ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਸਕੇ। ਲੇਕਿਨ ਇਹ ਵੀ ਇਤਿਹਾਸ ਗਵਾਹ ਹੈਗਾ ਕਿ ਜਦੋਂ ਵੀ ਪੰਜਾਬੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪੰਜਾਬੀ ਹੋਰ ਮਜ਼ਬੂਤੀ ਨਾਲ ਤਕੜੇ ਹੋ ਕੇ ਉੱਭਰੇ ਨੇ ਤੇ ਹਮੇਸ਼ਾ ਹੀ ਅੰਦੋਲਨਾਂ ਦੇ ਵਿੱਚ ਪੰਜਾਬੀਆਂ ਦੀ ਜਿਹੜੀ ਹੈਗੀ ਹੈ ਉਹ ਜਿੱਤ ਹੁੰਦੀ ਆਈ ਹੈ। ਦਿੱਲੀ ਦੇ ਵਿਗਿਆਨ ਭਵਨ ਤੋਂ ਕੈਮਰਾਮੈਨ ਸ਼ੈਰੀ ਦੇ ਨਾਲ ਅਮਨ ਮੋਹਨ ਮਹੋਜਾਲ ਦੀ ਰਿਪੋਰਟ, ਹਮਦਰਦ TV।